ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਤੀਜਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਕੁਝ ਸਿੱਖਾਂ ਨੇ ਆ ਕਰਕੇ ਪ੍ਰਸ਼ਨ ਕੀਤੇ, ਜਿਨ੍ਹਾਂ ਪ੍ਰਸ਼ਨਾਂ ਦਾ ਉੱਤਰ ਸਤਿਗੁਰੂ ਜੀ ਨੇ ਪਾਵਨ ਸ਼ਬਦ ਉਚਾਰ ਕੇ ਦੇਣਾ ਕੀਤਾ। ਪ੍ਰਸ਼ਨ ਸੀ, ਹੇ ਸਤਿਗੁਰੂ ਜੀ, ਭਰਮ ਕਿਵੇਂ ਗਵਾਇਆ ਜਾਂਦਾ ਹੈ? ਸਤਿਗੁਰੂ ਕਿਰਪਾ ਕਰ ਰਹੇ ਹਨ। ਚੱਲ ਰਹੀ ਲੜੀਵਾਰ ਵਿਚਾਰ ਪਾਵਨ ਅੰਗ 423 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਸਤਿਗੁਰ ਹਮਰਾ ਭਰਮ ਗਵਾਇਆ। ਹੇ ਭਾਈ, ਪੂਰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੂਪ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹਮਰਾ ਕਹੀਏ ਸਾਡਾ ਭਰਮ ਭੁਲੇਖਾ ਗਵਾਉਣਾ ਕੀਤਾ ਹੈ। ਹਮਰਾ ਕਹੀਏ ਤਮਾਮ ਜਗਿਆਸੂਆਂ ਦਾ ਭਰਮ ਸਤਿਗੁਰੂ ਜੀ ਹੀ ਗਵਾਉਣ ਵਾਲੇ ਹਨ। ਅਗਲਾ ਪ੍ਰਸ਼ਨ ਸੀ, ਮਨ ਵਿੱਚ ਕਿਸ ਨੂੰ ਵਸਾਉਣਾ ਕਰੀਏ? ਫਿਰ ਸਤਿਗੁਰੂ ਉੱਤਰ ਦਿੰਦੇ ਹਨ, ਹਰ ਨਾਮ ਨਿਰੰਜਨ ਮਨ ਵਸਾਇਆ। ਹਰੀ ਪਰਮੇਸ਼ਰ ਨਿਰੰਜਨ ਸ਼ੁੱਧ ਸਰੂਪ ਦਾ ਅੰਮ੍ਰਿਤ ਨਾਮ ਹੀ ਮਨ ਵਿੱਚ ਵਸਾਉਣਾ ਕਰੀਏ। ਫਿਰ ਪ੍ਰਸ਼ਨ ਕਰਦੇ ਸਿੱਖ, ਹੇ ਸਤਿਗੁਰੂ ਜੀ, ਸਦਾ ਸੁੱਖ ਕਿਵੇਂ ਪ੍ਰਾਪਤ ਹੁੰਦਾ ਹੈ? ਗੁਰ ਉੱਤਰ ਬਖਸ਼ਿਸ਼ ਕਰਦੇ ਹਨ, ਸ਼ਬਦ ਚੀਨ ਸਦਾ ਸੁਖ ਪਾਇਆ। ਸ਼ਬਦ ਬ੍ਰਹਮ ਨੂੰ, ਗੁਰ ਸ਼ਬਦ ਨੂੰ ਚੀਨ ਜਾਣਨੇ ਕਰਕੇ ਨਿਤ ਰਹਿਣ ਵਾਲਾ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਫਿਰ ਪ੍ਰਸ਼ਨ ਕਰਦੇ ਸਿੱਖ ਕਿ ਮਹਾਰਾਜ ਕਿਸ ਗਿਆਨ ਨੂੰ ਸੁਣਨਾ ਕਰੀਏ? ਬੜੇ ਲੋਕ ਕਹਿੰਦੇ ਹਨ ਇਹ ਗਿਆਨ ਚੰਗਾ ਹੈ, ਉਹ ਗਿਆਨ ਚੰਗਾ ਹੈ, ਆਪ ਜੀ ਕਿਰਪਾ ਕਰੋ ਕਿਹੜਾ ਗਿਆਨ ਸੁਣੀਏ? ਤਾਂ ਫਿਰ ਸਤਿਗੁਰੂ ਜੀ ਮਨ ਨੂੰ ਸੰਬੋਧਨ ਕਰਕੇ ਉੱਤਰ ਦਿੰਦੇ ਹਨ, ਸੁਣ ਮਨ ਮੇਰੇ ਤਤ ਗਿਆਨ। ਹੇ ਮੇਰੇ ਮਨਾ, ਤਤ ਸਾਰ ਰੂਪ ਪਰਮੇਸ਼ਰ ਦੇ ਗਿਆਨ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸਰਵਣ ਕਰਨਾ ਕਰ। ਫਿਰ ਪ੍ਰਸ਼ਨ ਕਰਦੇ ਆ, ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਕਿਸ ਦੁਆਰਾ ਪਾਈਦਾ? ਗੁਰ ਉੱਤਰ ਦਿੰਦੇ ਹਨ, ਦੇਵਣ ਵਾਲਾ ਸਭ ਬਿਦ ਜਾਣੈ, ਗੁਰਮੁਖ ਪਾਈਐ ਨਾਮ ਨਿਧਾਨ ਰਹਾਉ। ਜੋ ਦਾਤਾਂ ਦੇਣ ਵਾਲਾ ਤੇ ਸਾਰੀਆਂ ਵਿਧੀਆਂ ਨੂੰ ਜਾਣਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਉਸ ਦਾ ਨਾਮ ਰੂਪੀ ਨਿਧਾਨ ਖਜ਼ਾਨਾ ਗੁਰਮੁਖ ਮੁਖੀ ਗੁਰਾਂ ਦੁਆਰਾ ਹੀ ਪ੍ਰਾਪਤ ਕਰੀਦਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਅੱਗੇ ਫਿਰ ਪ੍ਰਸ਼ਨ ਹੈ ਕਿ ਸਭ ਤੋਂ ਵੱਡੀ ਵਡਿਆਈ ਕਿਵੇਂ ਪ੍ਰਾਪਤ ਹੁੰਦੀ ਹੈ ਤੇ ਮਮਤਾ ਤ੍ਰਿਸ਼ਨਾ ਦੀ ਅੱਗ ਕਿਵੇਂ ਨਿਵਰਤ ਹੁੰਦੀ ਹੈ? ਗੁਰ ਉੱਤਰ ਬਖਸ਼ਿਸ਼ ਕਰਦੇ ਹਨ, ਸਤਿਗੁਰ ਭੇਟੇ ਕੀ ਵਡਿਆਈ। ਸਤਿਗੁਰੂ ਸਾਹਿਬ ਜੀ ਦੇ ਸਰੂਪ ਵਿੱਚ ਭੇਟੇ ਮਿਲਣ ਦੀ ਹੀ ਵਡਿਆਈ ਕਹੀਏ ਉਪਮਾ ਸਭ ਤੋਂ ਵੱਡੀ ਹੈ। ਜਿਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ। ਹਾਂ, ਜਿਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ, ਜਿਸ ਸਤਿਗੁਰੂ ਜੀ ਨੇ ਮਮਤਾ ਪਦਾਰਥਾਂ ਦੀ ਮੇਰ ਤੇ ਤ੍ਰਿਸ਼ਨਾ ਰੂਪੀ ਅਗਨੀ ਨੂੰ ਉਪਦੇਸ਼ ਰੂਪੀ ਜਲ ਦੁਆਰਾ ਬੁਝਾਈ ਮੇਟ ਦਿੱਤਾ ਹੈ। ਫਿਰ ਸਿੱਖਾਂ ਦਾ ਪ੍ਰਸ਼ਨ ਹੈ ਕਿ ਵਾਹਿਗੁਰੂ ਦੇ ਗੁਣ ਕਿਵੇਂ ਗਾਏ ਜਾਂਦੇ ਹਨ? ਸਤਿਗੁਰੂ ਕਿਰਪਾ ਕਰਕੇ ਦੱਸਦੇ ਹਨ, ਸਹਿਜੇ ਮਾਤਾ ਹਰ ਗੁਣ ਗਾਈ। ਸੁਤੇ ਸਿੱਧ ਸੁਭਾਵਕ ਹੀ ਮਾਤਾ ਕੱਸ ਕੇ ਬੋਲਣਾ, ਸੋ ਮਾਤਾ ਦਾ ਵਾਚਕ ਨਹੀਂ ਆ, ਮਾਤਾ ਨਹੀਂ ਬੋਲਣਾ, ਮਾਤਾ ਭਾਵ ਮੱਤਿਆ ਹੋਇਆ, ਮਸਤਾਨਾ ਹੋਇਆ। ਸਤਿਗੁਰੂ ਕਹਿੰਦੇ ਸੁਤੇ ਸਿੱਧ ਸੁਭਾਵਕ ਹੀ ਮਾਤਾ ਮਸਤਾਨੇ ਹੋ ਕੇ ਹਰੀ ਵਾਹਿਗੁਰੂ ਜੀ ਦੀਆਂ ਸਿਫਤਾਂ ਨੂੰ ਗਾਈਦਾ ਹੈ। ਫਿਰ ਪ੍ਰਸ਼ਨ, ਪਰਮੇਸ਼ਰ ਨੂੰ ਕੌਣ ਜਾਣ ਸਕਦਾ ਹੈ? ਗੁਰ ਉੱਤਰ ਬਖਸ਼ਦੇ ਹਨ, ਵਿਣ ਗੁਰ ਪੂਰੇ ਕੋਇ ਨ ਜਾੜੀ। ਪਰਮੇਸ਼ਰ ਨੂੰ ਪੂਰਨ ਸਤਿਗੁਰਾਂ ਤੋਂ ਵਿਣ ਬਗੈਰ ਹੋਰ ਕੋਈ ਵੀ ਜਾਣੀ ਕਹੀਏ ਜਾਣ ਨਹੀਂ ਸਕਦਾ। ਭਾਵ ਗੁਰਾਂ ਦੁਆਰਾ ਹੀ ਪਰਮੇਸ਼ਰ ਜਾਣਿਆ ਜਾ ਸਕਦਾ ਹੈ। ਸੋ ਅੱਗੇ ਫਿਰ ਪ੍ਰਸ਼ਨ ਹੈ ਕਿ ਦਵੈਤ ਵਿੱਚ ਕੌਣ ਲੁਭਾਏਮਨ ਹੋਇਆ ਹੈ? ਗੁਰ ਉੱਤਰ ਬਖਸ਼ਿਸ਼ ਕਰਦੇ ਹਨ, ਮਾਇਆ ਮੋਹ ਦੂਜੈ ਲੋਭਾਣੀ। ਜੋ ਮਾਇਆ ਇਕੱਠੀ ਕਰਨ ਦੇ ਮੋਹ ਵਿੱਚ ਲੱਗਿਆ ਹੋਇਆ ਹੈ,
ਉਹ ਦਵੈਤ ਭਾਵ ਵਿੱਚ ਲੋਭਾਣੀ ਲੁਭਾਏਮਾਨ ਹੋ ਰਿਹਾ। ਸੋ ਪ੍ਰਸ਼ਨ ਹੈ ਕਿ ਪਰਮੇਸ਼ਰ ਦਾ ਨਾਮ ਦੱਸਣ ਵਾਲੀ ਬਾਣੀ ਕਿੱਥੋਂ ਪ੍ਰਾਪਤ ਹੁੰਦੀ ਹੈ? ਗੁਰ ਉੱਤਰ ਬਖਸ਼ਿਸ਼ ਕਰਦੇ ਹਨ, ਗੁਰਮੁਖ ਨਾਮ ਮਿਲੈ ਹਰ ਬਾਣੀ। ਮੁਖੀ ਗੁਰਾਂ ਦੀ ਸੰਗਤ ਵਿੱਚੋਂ ਹਰੀ ਵਾਹਿਗੁਰੂ ਦਾ ਅਮੋਲਕ ਨਾਮ ਦੱਸਣ ਵਾਲੀ ਬਾਣੀ ਮਿਲਦੀ ਭਾਵ ਪ੍ਰਾਪਤ ਹੁੰਦੀ ਆ। ਜੋ ਪਰਮੇਸ਼ਰ ਦਾ ਨਾਮ ਪ੍ਰਸਿੱਧ ਹੈ, ਉਸ ਨਾਮ ਨੂੰ ਜਪਣ ਵਾਲੇ ਗੁਰਮੁਖਾਂ ਦੁਆਰਾ ਵਾਹਿਗੁਰੂ ਦੀ ਬਾਣੀ ਪ੍ਰਾਪਤ ਹੁੰਦੀ ਹੈ। ਫਿਰ ਸਿੱਖ ਪ੍ਰਸ਼ਨ ਕਰਦੇ, ਮਹਾਰਾਜ ਸਾਰਿਆਂ ਤਪਾਂ ਵਿੱਚੋਂ ਸ਼੍ਰੋਮਣੀ ਤਪ ਕਿਹੜਾ ਹੈ? ਸਤਿਗੁਰੂ ਕਿਰਪਾ ਕਰਦੇ ਹਨ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਜਿਹੜੀ ਗੁਰ ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰਨੀ ਹੈ, ਭਾਂਡੇ ਮਾਂਜਣੇ, ਝਾੜੂ ਦੇਣਾ, ਤੱਪੜ ਦਰੀਆਂ ਝਾੜਨੇ, ਪੋਚਾ ਲਾਉਣਾ, ਗੁਰੂ ਘਰੇ ਜੋੜੇ ਝਾੜਨੇ, ਸੋ ਸੰਗਤ ਦੀ ਸੇਵਾ ਕਰਨੀ, ਸੰਗਤ ਨੂੰ ਜਲ ਛਕਾਉਣਾ, ਇਹੋ ਹੀ ਤਪਾਂ ਸਿਰ ਤਪ ਸਾਰ। ਇਹ ਸਾਰੀਆਂ ਤਪੱਸਿਆਵਾਂ ਤੋਂ ਸਿਰ ਸ਼੍ਰੋਮਣੀ ਤੇ ਸਾਰ ਸ੍ਰੇਸ਼ਟ ਤਪੱਸਿਆ ਹੈ, ਤਪ ਹੈ। ਅੱਗੇ ਫਿਰ ਪ੍ਰਸ਼ਨ ਹੈ ਸਿੱਖਾਂ ਦਾ, ਮਹਾਰਾਜ ਜੀ ਸਾਰੇ ਦੁੱਖਾਂ ਦੀ ਨਿਵਰਤੀ ਕਿਵੇਂ ਹੁੰਦੀ ਹੈ? ਗੁਰ ਉੱਤਰ ਬਖਸ਼ਦੇ ਹਨ, ਹਰ ਜੀਉ ਮਨ ਵਸੈ ਸਭ ਦੁੱਖ ਵਿਸਾਰਨ ਹਾਰ। ਹੇ ਭਾਈ, ਜੇਕਰ ਪਰਮੇਸ਼ਰ ਜੀ ਦਾ ਨਾਮ ਹਿਰਦੇ ਵਿੱਚ ਵਸ ਜਾਵੇ ਤਾਂ ਉਹ ਨਾਮ ਸਾਰਿਆਂ ਦੁੱਖਾਂ ਕਸ਼ਟਾਂ ਨੂੰ ਵਿਸਾਰਨ ਹਾਰ, ਵਿਸਾਰਨ ਵਾਲਾ ਹੈ, ਵਿਦਾ ਕਰਨ ਵਾਲਾ, ਨਾਸ਼ ਕਰਨ ਵਾਲਾ ਹੈ। ਫਿਰ ਪ੍ਰਸ਼ਨ ਹੈ ਕਿ ਸੱਚੇ ਦੇ ਦਰ ਵਿੱਚ ਸੱਚਿਆਰ ਕੌਣ ਦਿਸਦੇ ਹਨ? ਗੁਰ ਉੱਤਰ ਬਖਸ਼ਦੇ ਹਨ, ਦਰ ਸਾਚੈ ਦੀਸੈ ਸੱਚਿਆਰ। ਜਿਹੜੇ ਸਤ ਸੰਗਤ ਰੂਪੀ ਸੱਚੇ ਦਰ ਦਰਬਾਰ ਵਿੱਚ ਪਹੁੰਚੇ ਹਨ, ਗਿਆਨ ਰੂਪੀ ਸੱਚੇ ਦਰ ਵਿੱਚ ਟਿਕੇ ਹੋਏ ਹਨ, ਜਿਨ੍ਹਾਂ ਦੇ ਹਿਰਦੇ ਰੂਪੀ ਦਰ ਅੰਦਰ ਤੁਰਿਆ ਪਦ ਦੀ ਪ੍ਰਾਪਤੀ ਹੈ, ਉਹ ਸੱਚ ਦੀ ਪ੍ਰਾਪਤੀ ਵਾਲੇ ਦੀਸੈ ਕਹੀਏ ਦਿਸਦੇ ਹਨ। ਫਿਰ ਪ੍ਰਸ਼ਨ ਹੈ, ਹੇ ਸਤਿਗੁਰੂ ਜੀ ਤਿੰਨੇ ਭਵਨਾਂ ਦੀ ਸਮਝ ਕਿਵੇਂ ਹੁੰਦੀ ਆ? ਗੁਰ ਉੱਤਰ ਬਖਸ਼ਦੇ ਹਨ, ਗੁਰ ਸੇਵਾ ਤੇ ਤ੍ਰਿਭਵਨ ਸੋਝੀ ਹੋਏ। ਪੂਰੇ ਗੁਰ ਸਤਿਗੁਰਾਂ ਦੀ ਸੇਵਾ ਟਹਿਲ ਤੋਂ ਹੀ ਤ੍ਰਿਭਵਨ ਤਿੰਨੇ ਲੋਕਾਂ ਦੀ ਭਵਨਾਂ ਦੀ ਸਮਝ ਹੁੰਦੀ ਹੈ। ਫਿਰ ਪ੍ਰਸ਼ਨ ਹੈ ਸਤਿਗੁਰੂ ਸਾਹਿਬ ਜੀ ਪਰਮੇਸ਼ਰ ਨੂੰ ਕੌਣ ਪਾਉਂਦਾ ਹੈ? ਗੁਰ ਉੱਤਰ ਬਖਸ਼ਦੇ ਹਨ, ਆਪ ਪਛਾਣ ਹਰ ਪਾਵੈ ਸੋਏ। ਜੋ ਸੇਵਾ ਕਰਕੇ ਨਾਮ ਜਪ ਕੇ ਆਪਣੀ ਆਤਮਾ ਦੀ ਪਹਿਚਾਣ ਕਰ ਲੈਂਦਾ, ਉਹ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਾਉਣਾ ਕਰਦਾ ਹੈ। ਫਿਰ ਪ੍ਰਸ਼ਨ ਕਰਦੇ, ਹੈ ਸਤਿਗੁਰੂ ਜੀ ਉਸ ਦੇ ਤੁਰਿਆ ਪਦ ਸਰੂਪ ਨੂੰ ਕਿਵੇਂ ਪ੍ਰਾਪਤ ਹੋਈਦਾ? ਗੁਰ ਉੱਤਰ ਦਿੰਦੇ ਹਨ, ਸਾਚੀ ਬਾਣੀ ਮਹਿਲ ਪ੍ਰਾਪਤ ਹੋਏ। ਸੱਚੀ ਸਤਿਗੁਰਾਂ ਦੀ ਬਾਣੀ ਦੁਆਰਾ ਸੱਚਖੰਡ ਤੁਰਿਆ ਪਦ ਰੂਪੀ ਮਹਿਲ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਫਿਰ ਪ੍ਰਸ਼ਨ ਕਰਦੇ ਹਨ, ਹੇ ਸਤਿਗੁਰੂ ਜੀ ਕੁਲਾਂ ਦਾ ਉਧਾਰ ਕਿਵੇਂ ਹੁੰਦਾ ਹੈ? ਗੁਰ ਉੱਤਰ ਬਖਸ਼ਿਸ਼ ਕਰਦੇ ਹਨ, ਗੁਰ ਸੇਵਾ ਤੇ ਸਭ ਕੁਲ ਉਧਾਰੇ। ਹਾਂ ਭਾਈ, ਸਤਿਗੁਰਾਂ ਦੀ ਸੇਵਾ ਟਹਿਲ ਕਰਨ ਤੋਂ ਹੀ ਜੀਵ ਆਪਣੀਆਂ ਸਾਰੀਆਂ ਕੁਲ ਵੰਸ਼ਾਂ ਨੂੰ ਉਧਾਰ ਕਰ ਲੈਂਦਾ, ਉਹਨਾਂ ਦਾ ਭਾਵ ਉਹਨਾਂ ਨੂੰ ਤਾਰ ਲੈਂਦਾ। ਫਿਰ ਪ੍ਰਸ਼ਨ ਹੈ, ਹੇ ਸਤਿਗੁਰੂ ਜੀ ਹਿਰਦਾ ਕਿਸ ਪ੍ਰਕਾਰ ਉਜਲ ਹੁੰਦਾ ਹੈ? ਗੁਰ ਉੱਤਰ ਦਿੰਦੇ ਹਨ, ਨਿਰਮਲ ਨਾਮ ਰੱਖੈ ਉਰ ਧਾਰੇ। ਸਾਰੀਆਂ ਮੈਲਾਂ ਤੋਂ ਨਿਰਮਲ ਉਜਲਾ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਇਸ ਨੂੰ ਉਰ ਹਿਰਦੇ ਵਿੱਚ ਧਾਰਨ ਕਰਕੇ ਰੱਖੀਏ ਤਾਂ ਫਿਰ ਮਲ ਵਿਖੇਪ ਅਵਰਨ ਆਦਿਕ ਮੈਲਾਂ ਤੋਂ ਹਿਰਦਾ ਉਜਲ ਹੋ ਜਾਂਦਾ। ਫਿਰ ਪ੍ਰਸ਼ਨ ਕਰਦੇ, ਹੈ ਸਤਿਗੁਰੂ ਜੀ ਸੱਚੀ ਵਡਿਆਈ ਕਿਸ ਨੂੰ ਪ੍ਰਾਪਤ ਹੁੰਦੀ ਹੈ? ਗੁਰ ਉੱਤਰ ਦਿੰਦੇ ਹਨ, ਸਾਚੀ ਸੋਭਾ ਸਾਚ ਦੁਆਰੇ। ਜਿਹੜੇ ਸਾਧ ਸੰਗਤ ਗਿਆਨ ਰੂਪੀ ਸੱਚੇ ਦੁਆਰੇ ਦਰਵਾਜ਼ੇ ਵਿੱਚ ਇਸਤਤ ਹੋਏ ਹਨ, ਉਹਨਾਂ ਮਹਾਂਪੁਰਖਾਂ ਨੂੰ ਸੱਚੀ ਸੋਭਾ ਵਡਿਆਈ ਦੀ ਪ੍ਰਾਪਤੀ ਹੁੰਦੀ ਹੈ। ਇਸ ਲੋਕ ਵਿੱਚ ਸੱਚੀ ਸੋਭਾ ਵਡਿਆਈ ਅਤੇ ਪਰਲੋਕ ਰੂਪੀ ਦੁਆਰੇ ਬੂਹੇ 'ਤੇ ਵੀ ਉਹ ਸੱਚੇ ਹਨ। ਫਿਰ ਪ੍ਰਸ਼ਨ ਹੈ ਸਤਿਗੁਰੂ ਜੀ ਵੱਡਿਆਂ ਭਾਗਾਂ ਵਾਲੇ ਭਾਵ ਵਡਭਾਗੀ ਕੌਣ ਹੁੰਦੇ ਆ? ਗੁਰ ਉੱਤਰ ਦਿੰਦੇ ਹਨ,
ਸੇਵਡ ਭਾਗੀ ਜੇ ਗੁਰ ਸੇਵਾ ਲਾਏ। ਹੇ ਭਾਈ, ਜਿਹੜੇ ਸਤਿਗੁਰਾਂ ਨੇ ਆਪਣੀ ਸੇਵਾ ਟਹਿਲ ਵਿੱਚ, ਨਾਮ ਜਪਣ ਵਿੱਚ, ਸੋ ਸੰਗਤ ਦੇ ਜੂਠੇ ਬਰਤਨ ਮਾਂਜਣ ਵਿੱਚ, ਝਾੜੂ ਲਾਉਣ ਵਿੱਚ, ਦਰੀਆਂ ਝਾੜਨ ਵਿੱਚ, ਗੁਰੂ ਘਰ ਦੀ ਹਰ ਪ੍ਰਕਾਰ ਦੀ ਸੇਵਾ ਵਿੱਚ ਲਾਲੇ ਹਨ, ਉਹ ਹੀ ਵਡਭਾਗੀ ਉੱਤਮ ਭਾਗਾਂ ਵਾਲੇ ਪੁਰਖ ਹਨ। ਅੱਗੇ ਸਤਿਗੁਰੂ ਨੂੰ ਫਿਰ ਪ੍ਰਸ਼ਨ ਕਰਦੇ ਸਿੱਖ, ਹੈ ਸਤਿਗੁਰੂ ਜੀ, ਗੁਰੂ ਸਾਹਿਬ ਜੀ ਕਿਸ ਨੂੰ ਨਾਮ ਦ੍ਰਿੜ ਕਰਾਉਂਦੇ ਆ? ਗੁਰ ਉੱਤਰ ਬਖਸ਼ਦੇ ਹਨ, ਅਨ ਦਿਨ ਭਗਤ ਸੱਚ ਨਾਮ ਦਿਰੜਾਏ। ਗੁਰੂ ਸਾਹਿਬ ਜੀ ਅਨ ਦਿਨ ਰਾਤ ਦਿਨ ਭਗਤੀ ਕਰਨ ਵਾਲਿਆਂ ਨੂੰ ਸੱਚਾ ਨਾਮ ਦ੍ਰਿੜ ਪਰਪੱਕ ਕਰਾਉਂਦੇ ਹਨ। ਫਿਰ ਪ੍ਰਸ਼ਨ ਹੈ, ਹੇ ਸਤਿਗੁਰੂ ਜੀ, ਨਾਮ ਜਪਣ ਕਰਕੇ ਕੌਣ ਤਰਦਾ ਹੈ? ਸਤਿਗੁਰੂ ਕਿਰਪਾ ਕਰਦੇ ਹਨ, ਨਾਮੇ ਉਦਰੇ ਕੁਲ ਸਬਾਏ। ਹੇ ਭਾਈ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ, ਉਹਨਾਂ ਨੇ ਨਾਮ ਦੀ ਸੰਗਤ ਕਰਕੇ ਆਪਣੀਆਂ ਸਬਾਏ ਸਾਰੀਆਂ ਹੀ ਕੁਲ ਕਹੀਏ ਕੁਲਾਂ ਨੂੰ, ਵੰਸ਼ਾਂ ਨੂੰ ਉਧਾਰੇ ਤਾਰ ਲਿਆ ਹੈ। ਫਿਰ ਪ੍ਰਸ਼ਨ ਹੈ, ਸਤਿਗੁਰੂ ਜੀ, ਸੱਚੀ ਵਿਚਾਰ ਕਿਹੜੀ ਹੈ? ਗੁਰ ਉੱਤਰ ਦਿੰਦੇ ਹਨ, ਨਾਨਕ ਸਾਚ ਕਹਿ ਵਿਚਾਰ, ਹਰ ਕਾ ਨਾਮ ਰੱਖੋ ਉਰ ਧਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹੋ ਸੱਚਾ ਵਿਚਾਰ ਨਿਰਣਾ ਹੈ ਕਿ ਹਰੀ ਵਾਹਿਗੁਰੂ ਦਾ ਅੰਮ੍ਰਿਤ ਨਾਮ ਔਰ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਕਰੋ। ਫਿਰ ਪ੍ਰਸ਼ਨ ਹੈ, ਸਤਿਗੁਰੂ ਜੀ, ਮੁਕਤੀ ਦਾ ਦਰਵਾਜ਼ਾ ਕਿਵੇਂ ਪ੍ਰਾਪਤ ਹੁੰਦਾ ਹੈ? ਗੁਰ ਉੱਤਰ ਦਿੰਦੇ ਹਨ, ਹਰ ਭਗਤੀ ਰਾਤੇ ਮੋਖ ਦੁਆਰ। ਜਿਹੜੇ ਪੁਰਖ ਵਾਹਿਗੁਰੂ ਦੀ ਭਗਤੀ ਵਿੱਚ ਰੰਗੇ ਹੋਏ ਹਨ, ਉਹ ਸੰਸਾਰ ਰੂਪੀ ਦੁਆਰ ਤੋਂ ਮੋਖ ਮੁਕਤ ਹੋ ਗਏ ਹਨ। ਉਹਨਾਂ ਨੂੰ ਮੋਖ ਮੁਕਤੀ ਦਾ ਦੁਆਰ ਦਰਵਾਜ਼ਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਉਹ ਦੁਆਰਿਆਂ ਵਾਲੇ ਸਰੀਰ ਤੋਂ ਵੀ ਮੁਕਤ ਹੋ ਜਾਂਦੇ ਹਨ। ਆਸਾ ਮਹੱਲਾ ਤੀਜਾ। ਆਸਾ ਆਸ ਕਰੇ ਸਭ ਕੋਈ। ਸਭ ਕੋਈ ਆਸਾਂ ਉਮੀਦਾਂ ਹੀ ਕਰਦਾ ਰਹਿੰਦਾ। ਆਸਾਂ ਵਾਲਿਆਂ ਦੀ ਆਸ ਸਾਰੇ ਲੋਕ ਕਰਦੇ ਰਹਿੰਦੇ। ਦੇਵੀ ਦੇਵਤੇ ਵੀ ਆਸ ਵਾਲੇ ਹਨ ਕਿ ਕੋਈ ਸਾਡੀ ਪੂਜਾ ਕਰੇ। ਭਾਵ ਬਲੀਆਂ ਲੈਣ ਤੇ ਪੂਜਾ ਕਰਾਉਣ ਵਿੱਚ ਹੀ ਉਲਝੇ ਹੋਏ। ਇਉਂ ਸਭ ਕੋਈ ਆਸਾ ਵਾਲੇ ਦੇਵੀ ਦੇਵਤਿਆਂ ਦੀ ਆਸ ਕਰਦੇ ਹਨ। ਹੁਕਮੈ ਬੂਝੈ ਨਿਰਾਸਾ ਹੋਈ। ਜੋ ਗੁਰਾਂ ਦੀ ਹੁਕਮੈ ਆਗਿਆ ਨੂੰ ਬੂਝੈ ਸਮਝ ਲਵੇ, ਉਹ ਦੇਵੀ ਦੇਵਤਿਆਂ ਆਦਿ ਦੀ ਉਪਾਸਨਾ ਵੱਲੋਂ ਪਦਾਰਥਾਂ ਦੀ ਨਿਰਾਸਾ ਆਸਾ ਤੋਂ ਰਹਿਤ ਹੁੰਦਾ ਹੈ। ਭਾਵ ਕੇਵਲ ਪਰਮੇਸ਼ਰ ਦੇ ਹੀ ਪਰਾਇਣ ਆਸਰੇ ਹੋ ਜਾਂਦਾ ਹੈ। ਆਸਾ ਵਿੱਚ ਸੁੱਤੇ ਕਈ ਲੋਈ, ਸੋ ਜਾਗੈ ਜਾਗਾਵੈ ਸੋਈ। ਇਹ ਸੰਸਾਰ ਦੀ ਆਸ ਉਮੀਦ ਵਿੱਚ ਕਿਤਨੇ ਹੀ ਲੋਕ ਪ੍ਰਮਾਦ ਤਾਈ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਏ ਆ। ਜਿਨ੍ਹਾਂ ਨੂੰ ਉਸ ਅਕਾਲ ਪੁਰਖ ਦਾ ਰੂਪ ਸਤਿਗੁਰੂ ਜੀ ਜਗਾਉਂਦੇ ਹਨ, ਉਹ ਹੀ ਅਵਿਦਿਆ ਦੀ ਨੀਂਦ ਚੋਂ ਗਿਆਨ ਅਵਸਥਾ ਵਿੱਚ ਜਾਗਦੇ ਆ। ਸਤਿਗੁਰ ਨਾਮ ਬੁਝਾਇਆ, ਵਿਣ ਨਾਵੈ ਭੁੱਖ ਨ ਜਾਈ। ਪਰ ਨਾਮ ਜਪੇ ਤੋਂ ਵਿਣ ਬਗੈਰ ਕਿਸੇ ਦੀ ਵੀ ਪਦਾਰਥਾਂ ਆਦਿ ਦੀ ਭੁੱਖ ਸ਼ੁਦਾ ਨਹੀਂ ਜਾਂਦੀ। ਇਹ ਗੱਲ ਸਤਿਗੁਰੂ ਮਹਾਰਾਜ ਨਾਨਕ ਦੇਵ ਮਹਾਰਾਜ ਜੀ ਨੇ ਅੰਮ੍ਰਿਤ ਨਾਮ ਦੁਆਰਾ ਬੁਝਾਇਆ ਕਿ ਇਹ ਸਮਝਾਉਣਾ ਕੀਤੀ ਹੈ। ਨਾਮੇ ਤ੍ਰਿਸ਼ਨਾ ਅਗਨ ਬੁਝੈ, ਨਾਮ ਮਿਲੈ ਤਿਸੈ ਰਜਾਈ ਰਹਾਉ। ਪਰਮੇਸ਼ਰ ਦੇ ਨਾਮ ਕਰਕੇ ਹੀ ਮਾਇਆ ਦੇ ਤ੍ਰਿਸ਼ਨਾ ਲਾਲਚ ਦੀ, ਕਾਲ ਦੀ, ਰਸਾਂ ਕਸਾਂ ਤੇ ਤ੍ਰਿਸ਼ਨਾ ਰੂਪੀ ਅੱਗ ਬੁਝਦੀ ਨਿਵਰਤ ਹੁੰਦੀ ਆ। ਪਰ ਨਾਮ ਉਸ ਪਰਮੇਸ਼ਰ ਦੀ ਰਜਾਈ ਆਗਿਆ ਵਿੱਚ ਚੱਲਣੇ ਕਰਕੇ ਹੀ ਮਿਲਦਾ। ਜਿਹੜੇ ਭਾਣਾ ਮੰਨਦੇ ਹਨ, ਉਹਨਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਆ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਕਲ ਕੀਰਤ ਸ਼ਬਦ ਪਛਾਨ, ਏਹਾ ਭਗਤ ਚੂਕੈ ਅਭਿਮਾਨ। ਕਲਯੁਗ ਵਿੱਚ ਪਰਮੇਸ਼ਰ ਦਾ ਕੀਰਤ ਜਸ ਕਰਨਾ ਸ਼ਬਦ ਬ੍ਰਹਮ ਸਰੂਪ ਦੀ ਪਛਾਣ ਕਰਨ ਵਾਸਤੇ ਹੈ। ਇਹੋ ਹੀ ਭਗਤੀ ਹੈ। ਇਸ ਕਰਕੇ ਅਭਿਮਾਨ ਹੰਕਾਰ ਚੁੱਕਿਆ ਭਾਵ ਨਿਵਰਤ ਹੁੰਦਾ। ਇਹੋ ਭਗਤੀ ਕਰਨੀ ਹੈ ਜਿਹੜਾ ਚਿੱਤ ਵਿੱਚੋਂ ਅਭਿਮਾਨ ਹੰਕਾਰ ਚੁੱਕਿਆ ਜਾਣਾ ਹੈ।
ਸਤਿਗੁਰ ਸੇਵਿਐ ਹੋਵੈ ਪਰਵਾਨ, ਜਿਨ ਆਸਾ ਕੀਤੀ ਤਿਸਨੋ ਜਾਨ। ਜੇਕਰ ਸਤਿਗੁਰੂ ਸਾਹਿਬ ਜੀ ਦੀ ਸੇਵਿਆ ਟਹਿਲ ਕਰੀਏ ਤਾਂ ਪਰਮੇਸ਼ਰ ਦੇ ਦਰ ਵਿੱਚ ਪ੍ਰਮਾਣਿਕ ਹੋਈਦਾ ਹੈ। ਜਿਸ ਵਾਹਿਗੁਰੂ ਨੇ ਗੁਰ ਆਸਾ ਪ੍ਰਾਪਤੀ ਦੀ ਇੱਛਾ ਪੈਦਾ ਕੀਤੀ ਹੈ, ਉਸ ਗਿਆਨ ਸਰੂਪ ਪਰਮੇਸ਼ਰ ਨੂੰ ਜਾਣਨਾ ਕਰੋ। ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ, ਕਰ ਕਿਰਪਾ ਨਾਮ ਮਨ ਵਸਾਏ। ਜਿਹੜਾ ਸਤਿਗੁਰਾਂ ਦਾ ਸ਼ਬਦ ਉਪਦੇਸ਼ ਸੁਣਾਵੇ, ਉਸ ਨੂੰ ਕੀ ਭੇਟਾ ਦੇਣੀ ਕਰੀਏ। ਜੋ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਨਾਮ ਦਾ ਸ਼ਰਵਨ ਕਰਾ ਕੇ, ਫਿਰ ਮੰਨਣ ਕਰਾ ਕੇ ਅਤੇ ਫਿਰ ਨਿਧਿਆਸਨ ਕਰਾ ਕੇ ਮੰਨ ਕਈਏ ਹਿਰਦੇ ਵਿੱਚ ਵਸਾ ਦੇਵੇ। ਇਹੋ ਸਿਰ ਦੀਜੈ ਆਪ ਗਵਾਏ, ਹੁਕਮੈ ਬੂਝੈ ਹੁਕਮੈ ਬੂਝੇ ਸਦਾ ਸੁਖ ਪਾਏ। ਉਹਨਾਂ ਦੇ ਤਾਈਂ ਆਪ ਭਾਵ ਹੰਕਾਰ ਗਵਾ ਕੇ ਆਹ ਭਾਵ ਆਪਣਾ ਸਿਰ ਸੀਸ ਦੇਣਾ ਕਰੀਏ ਅਤੇ ਗੁਰਾਂ ਦੇ ਹੁਕਮੈ ਭਾਣੇ ਵਿੱਚ ਚੱਲ ਕਰਕੇ ਗੁਰਾਂ ਦੁਆਰਾ ਹੁਕਮੈ ਹੁਕਮੀ ਪਰਮੇਸ਼ਰ ਨੂੰ ਸਮਝੇ ਤਾਂ ਹਮੇਸ਼ਾ ਰਹਿਣ ਵਾਲੇ ਆਤਮਿਕ ਸੁਖ ਆਨੰਦ ਨੂੰ ਪਾਉਣਾ ਕਰੀਦਾ ਹੈ। ਆਪ ਕਰੇ ਤੈ ਆਪ ਕਰਾਏ, ਆਪੇ ਗੁਰਮੁਖ ਨਾਮ ਵਸਾਏ। ਉਹ ਪ੍ਰਭੂ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ, ਆਪ ਹੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਪਾਸੋਂ ਉਤਪਤ ਪਾਲਣਾ ਲੈਤਾ ਕਰਾ ਰਿਹਾ ਹੈ ਤੇ ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਕਰਦਾ ਹੈ, ਤੈਅ ਕਹੀਏ, ਅਤੇ ਆਪ ਹੀ ਸਿੱਖ ਦੇ ਪਾਸੋਂ ਅਭਿਆਸ ਕਰਾਉਂਦਾ ਹੈ ਤੇ ਫਿਰ ਆਪ ਹੀ ਗੁਰਮੁਖਾਂ ਦੇ ਹਿਰਦਿਆਂ ਵਿੱਚ ਮੰਨਣ ਕਰਾ ਕੇ ਨਾਮ ਨੂੰ ਵਸਾ ਦਿੰਦਾ ਹੈ। ਆਪ ਭੁਲਾਵੈ ਆਪ ਮਾਰਗ ਪਾਏ, ਸੱਚੈ ਸ਼ਬਦ ਸੱਚ ਸਮਾਏ। ਆਪ ਹੀ ਅਗਿਆਨਵਸ ਹੋਇਆ ਜੀਵਾਂ ਨੂੰ ਸੰਸਾਰ ਦੀ ਭੁਲਾਵੈ ਭੁੱਲ ਵਿੱਚ ਪਾ ਦਿੰਦਾ ਅਤੇ ਆਪ ਹੀ ਗਿਆਨਵਾਨਾਂ ਨੂੰ ਜੀਵਨ ਮੁਕਤੀ ਦੇ ਰਸਤੇ ਪਾ ਦਿੰਦਾ ਹੈ। ਆਪ ਹੀ ਮਨਮੁਖਾਂ ਦੇ ਤਾਈਂ ਨਾਮ ਨੂੰ ਭੁਲਾ ਦਿੰਦਾ ਹੈ। ਆਪ ਹੀ ਗੁਰਮੁਖਾਂ ਨੂੰ ਭਗਤੀ ਦੇ ਮਾਰਗ ਰਸਤੇ 'ਤੇ ਪਾ ਦਿੰਦਾ ਹੈ। ਆਪ ਹੀ ਕੁਸੰਗਤ ਵਾਲਿਆਂ ਨੂੰ ਕਰਮਾਂ ਅਨੁਸਾਰ ਭੁਲਾ ਦਿੰਦਾ। ਆਪ ਹੀ ਸਤਸੰਗੀਆਂ ਨੂੰ ਗਿਆਨ ਰੂਪੀ ਰਸਤੇ ਵਿੱਚ ਪੂਰਬਲੇ ਨਿਸ਼ਕਾਮ ਕਰਮਾਂ ਕਰਕੇ ਪਾ ਦਿੰਦਾ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਜੁਗ ਜੁਗ ਆਖ ਵਖਾਣੀ। ਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਸੱਚਾ ਹੈ ਤੇ ਸਤਿਨਾਮ ਰੂਪੀ ਬਾਣੀ ਵੀ ਸੱਚੀ ਹੈ। ਵੇਦ ਰੂਪੀ ਬਾਣੀ ਵੀ ਸੱਚੀ ਹੈ। ਸੱਚਾ ਸ਼ਬਦ ਬ੍ਰਹਮ ਹੈ ਤੇ ਇਸ ਦੀ ਸੰਸਾਰ ਰੂਪੀ ਬਾਣੀ ਬਣਾਵਟ ਵੀ ਸੱਚੀ ਹੈ। ਸੱਚਾ ਜੋ ਸ਼ਬਦ ਬ੍ਰਹਮ ਹੈ, ਉਸ ਦੀ ਸਤਿਨਾਮ ਰੂਪ ਧੁਰ ਕੀ ਬਾਣੀ ਲਾਲਸ ਲਿਪਸਾ ਤੋਂ ਰਹਿਤ ਸੱਚ ਨੂੰ ਪ੍ਰਗਟ ਕਰਨ ਵਾਲੀ ਹੈ। ਸੋ ਗੁਰਮੁਖ ਪਿਆਰਿਆਂ ਨੇ ਸਤਿਨਾਮ ਰੂਪੀ ਬਾਣੀ ਜੁਗਾਂ ਜੁਗਾਂ ਵਿੱਚ ਆਖ ਕਹੀਏ ਅਖਿਆਣਾਂ ਦੁਆਰਾ, ਮੁਖ ਦੁਆਰਾ, ਵਖਾਣੀ ਕਹੀਏ ਕਥਨ ਕੀਤੀ ਹੈ। ਮਨਮੁਖ ਮੋਹਿ ਭਰਮ ਭੋਲਾਣੀ, ਬਿਨ ਨਾਵੈ ਸਭ ਫਿਰੈ ਬਹੁ ਰਾਣੀ। ਮਨਮੁਖ ਦੀ ਬਿਰਤੀ ਮਾਇਆ ਦੇ ਮੋਹ ਤੇ 5 ਪ੍ਰਕਾਰ ਦੇ ਭੁਲੇਖਿਆਂ ਵਿੱਚ ਭੁੱਲਣ ਵਿੱਚ ਆ ਰਹੀ ਆ। ਸਾਰੀ ਸ੍ਰਿਸ਼ਟੀ ਮਾਇਆ ਦੇ ਮੋਹ ਕਰਕੇ ਭਰਮ ਵਿੱਚ ਭੁੱਲ ਰਹੀ ਆ। ਵਾਹਿਗੁਰੂ ਨਾਮ ਤੋਂ ਬਗੈਰ ਸਾਰੀ ਸ੍ਰਿਸ਼ਟੀ ਹੀ ਬਹੁ ਰਾਣੀ ਕਮਲੀ ਝੱਲੀ ਹੋਈ ਫਿਰਦੀ ਆ। ਭਾਵ ਸਾਰੀ ਸ੍ਰਿਸ਼ਟੀ ਨੂੰ ਹਉਮੈ ਦਾ ਸ਼ਦਾ ਪਾਗਲਪਨ ਚੜਿਆ ਹੋਇਆ। ਤੀਨ ਭਵਨ ਮਹਿ ਏਕਾ ਮਾਇਆ, ਮੂਰਖ ਪੜ ਪੜ ਦੂਜਾ ਭਾਉ ਦਿਰੜਾਇਆ। ਇੱਕ ਮਾਇਆ ਹੀ ਤੀਨ ਭਵਨ ਕਹੀਏ ਤਿੰਨਾਂ ਲੋਕਾਂ ਵਿੱਚ ਰਾਜਸੀ ਤਾਮਸੀ ਸਾਂਤਕੀ ਰੂਪ ਹੋ ਕੇ ਚਿੰਬੜੀ ਹੋਈ ਆ। ਮੂਰਖ ਬੇਸਮਝ ਲੋਕਾਂ ਨੇ ਸ਼ਾਸਤਰਾਂ ਸਿਮਰਤੀਆਂ ਆਦਿ ਦੀਆਂ ਪੜ੍ਹਾਈਆਂ ਪੜ੍ਹ ਪੜ੍ਹ ਕੇ ਦੂਜਾ ਭਾਉ ਦਵੈਤ ਭਾਵ ਨੂੰ ਹੀ ਦ੍ਰਿੜ ਕਰਾਇਆ। ਸਾਰਿਆਂ ਨੂੰ ਦੂਜਾ ਭਾਉ ਦਵੈਤ ਭਾਵ ਕਰਕੇ ਅਨੰਤ ਉਪਾਸਨਾ ਕਰਨ ਵਿੱਚ ਹੀ ਪਰਪੱਕ ਕਰ ਦਿੱਤਾ ਅਤੇ ਬਹੁ ਕਰਮ ਕਮਾਵੈ ਦੁਖ ਸਬਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਮਨਮੁਖ ਆਪ ਹੀ ਬਹੁਤਿਆਂ ਕਰਮਾਂ ਕਾਂਡਾਂ ਨੂੰ ਕਮਾਉਣੇ ਕਰਕੇ ਜੰਮਣ ਮਰਨ ਆਦਿ ਦਾ ਸਬਾਇਆ ਬਹੁਤਾ ਕਸ਼ਟ ਪਾਉਂਦਾ, ਪਰ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਟਹਿਲ ਕੀਤੀ ਹੈ, ਉਹਨਾਂ ਨੇ ਸਦਾ ਨਿਤ ਰਹਿਣ ਵਾਲੇ
ਆਤਮਕ ਸੁਖ ਆਦ ਨੂੰ ਪਾਉਣਾ ਕੀਤਾ ਹੈ। ਅੰਮ੍ਰਿਤ ਮੀਠਾ ਸ਼ਬਦ ਵਿਚਾਰ, ਅਨ ਦਿਨ ਭੋਗੇ ਹਉਮੈ ਮਾਰ। ਹੇ ਭਾਈ, ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਦੁਆਰਾ ਮਿੱਠਾ ਪਿਆਰਾ ਨਾਮ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਗੁਰੂ ਸ਼ਬਦ ਦਾ ਵਿਚਾਰ ਅੰਮ੍ਰਿਤ ਨਾਲੋਂ ਵੀ ਮਿੱਠਾ ਹੈ। ਜਿਹੜੀ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਨੀ ਹੈ, ਇਹ ਅੰਮ੍ਰਿਤ ਤੋਂ ਵੀ ਮਿੱਠੀ ਪਿਆਰੀ ਹੈ। ਜਿਹੜੇ ਸ਼ਬਦ ਦੀ ਕਮਾਈ ਕਰਕੇ ਦੇਹ ਦੀ ਹਉਮੈ ਹੰਗਤਾ ਨੂੰ ਮਾਰ ਕੇ ਇਹ ਨਾਸ਼ ਕਰ ਲੈਂਦੇ ਹਨ, ਉਹ ਅਨਦਿਨ ਰਾਤ ਦਿਨ ਹੀ ਬ੍ਰਹਮਾਨੰਦ ਦੇ ਰਸ ਨੂੰ ਭੋਗੇ ਕੀਏ ਮਾਣਦੇ ਹਨ। ਸਹਿਜ ਆਨੰਦ ਕਿਰਪਾ ਧਾਰ, ਨਾਮ ਰਤੇ ਸਦਾ ਸੱਚ ਪਿਆਰ। ਜਿਨ੍ਹਾਂ ਤੇ ਗੁਰਾਂ ਨੇ ਸਹਿਜ ਸੁਤੇ ਸਿੱਧ ਹੀ ਕਿਰਪਾ ਦਇਆ ਦ੍ਰਿਸ਼ਟੀ ਧਾਰ ਧਾਰੀ ਹੈ, ਉਹਨਾਂ ਨੂੰ ਸਦਾ ਹੀ ਆਨੰਦ ਖੇੜਾ ਬਣਿਆ ਰਹਿੰਦਾ ਹੈ। ਜੋ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਹਨ, ਉਹਨਾਂ ਦਾ ਹਮੇਸ਼ਾ ਹੀ ਸੱਚ ਸਰੂਪ ਵਿੱਚ ਪਿਆਰ ਸਨੇਹ ਹੈ ਅਤੇ ਸੱਚ ਸਰੂਪ ਦਾ ਉਹਨਾਂ ਵਿੱਚ ਸਨੇਹ ਹੈ। ਹਰ ਜਪ ਪੜ੍ਹੀਐ ਗੁਰ ਸ਼ਬਦ ਵਿਚਾਰ, ਹਰ ਜਪ ਪੜ੍ਹੀਐ ਹਉਮੈ ਮਾਰ। ਗੁਰ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦਾ ਵਿਚਾਰ ਨਿਰਣਾ ਕਰਕੇ ਹਰੀ ਵਾਹਿਗੁਰੂ ਦੇ ਨਾਮ ਦੀ ਪੜ੍ਹਾਈ ਨੂੰ ਪੜ੍ਹਨਾ ਕਰੀਏ ਅਤੇ ਹਰੀ ਵਾਹਿਗੁਰੂ ਦੇ ਜਪ ਜਾਪ ਨੂੰ ਪੜ੍ਹੀਏ ਕਹੀਏ, ਪੜ੍ਹ ਕੇ ਦੇਹ ਦੀ ਹਉਮੈ ਹੰਗਤਾ ਨੂੰ ਮਾਰਨਾ ਕਰੀਏ। ਹਰ ਜਪੀਐ ਭੈ ਸੱਚ ਪਿਆਰ, ਨਾਨਕ ਨਾਮ ਗੁਰਮਤਿ ਉਰ ਧਾਰ। ਸੱਚੇ ਹਰੀ ਅਕਾਲ ਪੁਰਖ ਦੇ ਨਾਮ ਨੂੰ ਭੈ ਕਹੀਏ, ਡਰ ਅਤੇ ਪਿਆਰ ਪ੍ਰੇਮ ਦੇ ਨਾਲ ਮਨ ਲਾ ਕੇ ਜਪੀਐ ਕਹੀਏ, ਅਰਾਧਨਾ ਕਰੀਏ। ਗੁਰੂ ਸਾਹਿਬ ਜੀ ਦੀ ਕਥਨ ਕਰਦੇ ਹਨ ਕਿ ਗੁਰੂ ਜੀ ਦੀ ਸਿੱਖਿਆ ਦੁਆਰਾ ਅੰਮ੍ਰਿਤ ਨਾਮ ਨੂੰ ਔਰ ਹਿਰਦੇ ਵਿੱਚ ਧਾਰ ਨਾਮ ਕੀਏ ਧਾਰਨ ਕਰੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।